ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਲੈ ਕੇ ਟੋਰਾਂਟੋ ਤੋਂ ਮੈਂ ਜਸਲੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਦੇਸ਼ ਦੇ ਪਬਲਿਕ ਹੈਲਥ ਏਜੰਸੀ ਦੇ ਪ੍ਰੈਜ਼ੀਡੈਂਟ ਵਜੋਂ ਨਿਯੁਕਤ ਕੀਤਾ ਹੈ। ਪਿਛਲੇ ਸਾਲ ਅਪ੍ਰੈਲ ਤੋਂ ਸਿਹਤ ਮੰਤਰਾਲੇ ਦੇ ਸਹਾਇਕ ਉਪ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੇ 12 ਅਕਤੂਬਰ ਨੂੰ ਆਪਣਾ ਅਹੁਦਾ ਸੰਭਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੈਟਰਨਰੀ ਸਾਇੰਸ ਦੇ ਵਿੱਚ ਮਾਸਟਰਸ ਦੀ ਡਿਗਰੀ ਕਰਨ ਮਗਰੋਂ ਕੈਨੇਡਾ ਪੁੱਜੇ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੇ ਗੁਲਫ ਯੂਨੀਵਰਸਿਟੀ ਤੋਂ ਐਨੀਮਲ ਬਾਇਓਟੈਕਨੋਲੋਜੀ ਖੇਤਰ ਦੇ ਵਿੱਚ PhD ਕੀਤੀ ਅਤੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਪ੍ਰੈਜ਼ੀਡੈਂਟ ਬਣਨ ਤੱਕ ਕਈ ਅਹਿਮ ਅਹੁਦਿਆਂ ਉੱਤੇ ਤੈਨਾਤ ਰਹੇ ਹਨ। ਕੈਨੇਡਾ ਵਿੱਚ ਵਸਦੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਪਰਮਨੈਂਟ ਰੈਜ਼ੀਡੈਂਸੀ ਦੇਣ ਦੀ ਯੋਜਨਾ ਤਹਿਤ 30,000 ਸੱਦੇ ਭੇਜਣ ਦਾ ਕੰਮ ਮੁਕੰਮਲ ਹੋ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਵਿਭਾਗ ਵੱਲੋਂ 23 ਸਤੰਬਰ ਤੋਂ 4 ਅਕਤੂਬਰ ਤੱਕ ਲਾਟਰੀ ਰਾਹੀਂ ਚੁਣੇ 30,000 ਖੁਸ਼ਕਿਸਮਤ ਪ੍ਰਵਾਸੀਆਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ 60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਇਤਿਹਾਸ ਦੇ ਵਿੱਚ ਇਸ ਵਾਰ ਦੀ ਲਾਟਰੀ ਸਭ ਤੋਂ ਵੱਡੀ ਮੰਨੀ ਜਾ ਰਹੀ ਹੈ, ਕਿਉਂਕਿ ਇਸ ਦੇ ਵਿੱਚ ਪਿਛਲੇ ਸਾਲ ਦਾ ਬਕਾਇਆ ਕੋਟਾ ਵੀ ਸ਼ਾਮਿਲ ਹੈ। ਜਿਨ੍ਹਾਂ ਕੈਨੇਡੀਅਨ ਰੈਜ਼ੀਡੈਂਟਸ ਨੂੰ ਇਸ ਸਾਲ ਇਨਵੀਟੇਸ਼ਨ ਨਹੀਂ ਭੇਜਿਆ ਗਿਆ ਹੈ, ਉਹ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ ਤੇ ਜਾਂ ਫਿਰ ਅਗਲੇ ਮੌਕੇ ਦਾ ਇੰਤਜ਼ਾਰ ਵੀ ਕਰ ਸਕਦੇ ਨੇ। ਤੇ ਹੁਣ ਗੱਲ ਕਰਾਂਗੇ ਓਟਵਾ ਦੀ। ਓਟਵਾ ਪੁਲਿਸ ਸਰਵਿਸ ਦੇ ਵਿੱਚ ਤਾਇਨਾਤ ਇੱਕ ਪੰਜਾਬੀ ਅਫਸਰ ਸੰਦੀਪ ਸਿੰਘ ਉੱਤੇ ਜਿਨਸੀ ਸ਼ੋਸ਼ਣ ਅਤੇ ਭਰੋਸਾ ਤੋੜਨ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਸ ਨੂੰ ਆਉਣ ਵਾਲੀ 29 ਅਕਤੂਬਰ ਨੂੰ ਓਟਵਾ ਦੀ ਓਨਟਾਰੀਓ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਓਨਟਾਰੀਓ ਪੁਲਿਸ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਡਾਇਰੈਕਟਰ ਜੋਸਫ ਮਾਰਟਿਨੋ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 5 ਫਰਵਰੀ ਨੂੰ ਓਟਵਾ ਪੁਲਿਸ ਸਰਵਿਸ ਦੇ ਕਾਂਸਟੇਬਲ ਸੰਦੀਪ ਸਿੰਘ ਵਿਰੁੱਧ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਉਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਇਸ ਕੇਸ ਦੀ ਤੁਰੰਤ ਜਾਂਚ ਸ਼ੁਰੂ ਕਰਦਿਆਂ ਇੱਕ ਪੈਟਰੋਲ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਕਾਂਸਟੇਬਲ ਸੰਦੀਪ ਸਿੰਘ ਨੂੰ ਤਨਖਾਹ ਸਣੇ ਮੁਅੱਤਲ ਕਰ ਦਿੱਤਾ ਸੀ। ਕਈ ਮਹੀਨੇ ਦੀ ਜਾਂਚ ਮਗਰੋਂ ਕਾਂਸਟੇਬਲ ਸੰਦੀਪ ਸਿੰਘ ਵਿਰੁੱਧ ਸੈਕਸ਼ੂਅਲ ਅਸੌਲਟ ਅਤੇ ਭਰੋਸਾ ਤੋੜਨ ਦੇ ਦੋਸ਼ ਆਇਦ ਕੀਤੇ ਗਏ ਹਨ। 29 ਅਕਤੂਬਰ ਨੂੰ ਓਟਵਾ ਦੀ ਓਨਟਾਰੀਓ ਕੋਰਟ ਵਿੱਚ ਪੇਸ਼ ਹੋਣ ਦੀ ਸ਼ਰਤ ਉੱਤੇ ਸੰਦੀਪ ਸਿੰਘ ਨੂੰ ਫਿਲਹਾਲ ਪੁਲਿਸ ਨੇ ਰਿਹਾ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਵੈਂਕੂਵਰ ਦੇ ਵਿੱਚ ਵੀ ਸਾਹਮਣੇ ਆਇਆ ਹੈ। ਵੈਂਕੂਵਰ ਪ੍ਰੋਵਿੰਸ਼ੀਅਲ ਕੋਰਟ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ 2019 ਤੋਂ ਤਨਖਾਹ ਸਣੇ ਮੁਅੱਤਲ ਚੱਲ ਰਹੇ ਵੈਂਕੂਵਰ ਪੁਲਿਸ ਦੇ ਪੰਜਾਬੀ ਅਫਸਰ ਜਗਰਾਜ ਰੋਜਰ ਬਰਾੜ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ 2019 ਦੇ ਵਿਸਲਰ ਹੋਟਲ ਰੂਮ ਘਟਨਾ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ। ਹਾਲਾਂਕਿ ਜਗਰਾਜ ਬਰਾੜ ਸ਼ੁਰੂ ਤੋਂ ਹੀ ਸਾਥੀ ਮਹਿਲਾ ਕਰਮੀ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਉਹ ਮਹਿਲਾ ਦੀ ਸਹਿਮਤੀ ਦੇ ਨਾਲ ਹੋਇਆ ਸੀ। ਜ਼ਿਕਰਯੋਗ ਹੈ ਕਿ ਪੀੜਤਾ ਨੇ 19 ਜੁਲਾਈ 2019 ਨੂੰ RCMP ਦੇ ਕੋਲ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਵੈਂਕੂਵਰ ਪੁਲਿਸ ਵਿਭਾਗ ਨੇ ਜਾਂਚ ਕਰਦਿਆਂ ਨਵੰਬਰ 2019 ਦੇ ਵਿੱਚ ਸਰੀ ਦੇ ਵਾਸੀ 51 ਸਾਲਾ ਜਗਰਾਜ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਆਇਦ ਕੀਤੇ ਤੇ ਉਸ ਨੂੰ ਤਨਖਾਹ ਸਣੇ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਜੌਨ ਚੈਲੰਜਰ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਪੀੜਤਾ ਨਸ਼ੇ ਦੀ ਹਾਲਤ ਦੇ ਵਿੱਚ ਸੀ ਅਤੇ ਜਿਨਸੀ ਸ਼ੋਸ਼ਣ ਦੇ ਕੇਸਾਂ ਦਾ ਤਜਰਬਾ ਰੱਖਣ ਵਾਲੇ ਪੁਲਿਸ ਅਫਸਰ ਹੋਣ ਦੇ ਨਾਤੇ ਜਗਰਾਜ ਬਰਾੜ ਨੂੰ ਇਹ ਸਮਝਣਾ ਚਾਹੀਦਾ ਸੀ, ਪਰ ਉਸਨੇ ਇਸ ਦਾ ਗਲਤ ਫਾਇਦਾ ਚੁੱਕਿਆ। ਕੈਨੇਡਾ ਵਿੱਚ ਹਥਿਆਰਾਂ ਦੀ ਨੋਕ ਉੱਤੇ ਵਾਹਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਲੁੱਟ ਕੇ ਫਰਾਰ ਹੋਏ 3 ਪੰਜਾਬੀਆਂ ਨੂੰ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਇਹ ਤਿੰਨੋਂ ਪੰਜਾਬੀ ਨੌਜਵਾਨ ਬਰੈਂਪਟਨ ਦੇ ਰਹਿਣ ਵਾਲੇ ਹਨ। ਇਸ ਮਾਮਲੇ ਦੇ ਵਿੱਚ ਚੌਥੇ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਮਰਨਜੀਤ ਨਾਰੰਗ, ਦਵਿੰਦਰ ਮਾਨ ਅਤੇ ਆਦੇਸ਼ ਸ਼ਰਮਾ ਵਜੋਂ ਕੀਤੀ ਗਈ ਹੈ, ਜਿਨ੍ਹਾਂ ਉੱਤੇ ਲੁੱਟ-ਖੋਹ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪੀੜਤ ਵਿਅਕਤੀ 9 ਅਕਤੂਬਰ ਨੂੰ ਰਾਤ ਲਗਭਗ 8 ਵਜੇ ਆਪਣੇ ਵਾਹਨ ਉੱਤੇ ਬਰੈਂਪਟਨ ਦੇ ਵਿਲੀਅਮ ਪਾਰਕਵੇ ਅਤੇ ਐਲਬਨ ਮਾਰਕਲ ਡਰਾਈਵ ਦੇ ਏਰੀਆ ਦੇ ਵਿੱਚ ਜਾ ਰਿਹਾ ਸੀ। ਇਸੇ ਦੌਰਾਨ ਉਸਦੇ ਵਾਹਨ ਨੂੰ ਪਿੱਛੋਂ ਇੱਕ SUV ਨੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਇਸ ਉੱਤੇ ਉਹ ਡਰ ਗਿਆ ਤੇ ਉਸਨੇ ਆਪਣੇ ਘਰ ਵੱਲ ਵਾਹਨ ਭਜਾਉਣ ਦਾ ਯਤਨ ਕੀਤਾ, ਪਰ SUV ਦੇ ਵਿੱਚ ਸਵਾਰ 4 ਸ਼ੱਕੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਹਥਿਆਰਾਂ ਦੀ ਨੋਕ ਉੱਤੇ ਉਸ ਕੋਲੋਂ ਉਸ ਦਾ ਵਾਹਨ ਤੇ ਉਸ ਵਿੱਚ ਪਿਆ ਲੈਪਟਾਪ ਤੇ ਹੋਰ ਇਲੈਕਟ੍ਰੋਨਿਕ ਸਮਾਨ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਜਿਹੜੀ SUV ਦੇ ਵਿੱਚ 4 ਵਿਅਕਤੀ ਸਵਾਰ ਸਨ, ਉਹ ਵੀ ਚੋਰੀ ਦੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਭਾਰਤ ਦੇ ਵਿੱਚ ਵਾਪਰੀ ਲਖੀਮਪੁਰ ਖੇੜੀ ਘਟਨਾ ਸੰਬੰਧੀ ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਜਸਟਿਸ ਰੈਲੀ ਕੱਢੀ ਗਈ। ਇਹ ਰੈਲੀ ਵੁੱਡਬਾਈਨ ਸੈਂਟਰ ਤੋਂ ਸ਼ੁਰੂ ਕਰਕੇ ਟੋਰਾਂਟੋ ਦੇ ਵਿੱਚ ਸਥਿਤ ਭਾਰਤੀ ਕੌਂਸਲੇਟ ਦੇ ਦਫ਼ਤਰ ਦੇ ਬਾਹਰ ਸਮਾਪਤ ਹੋਈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਪੀੜਤ ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕੀਤੀ। ਲਖੀਮਪੁਰ ਖੇੜੀ ਦੇ ਵਿੱਚ ਕਿਸਾਨਾਂ ਦੀ ਮੌਤ ਦਾ ਦੁੱਖ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਭਾਈਚਾਰੇ ਵੱਲੋਂ ਵੀ ਪ੍ਰਗਟਾਇਆ ਜਾ ਰਿਹਾ ਹੈ। ਲਖੀਮਪੁਰ ਖੇੜੀ ਦੇ ਵਿੱਚ ਵਾਪਰੀ ਹਿੰਸਾ ਦੇ ਵਿਰੁੱਧ ਟੋਰਾਂਟੋ ਵਿਖੇ ਜਸਟਿਸ ਰਾਈਡ ਕੱਢੀ ਗਈ, ਜਿਸ ਵਿੱਚ ਲੋਕਾਂ ਨੇ ਪੀੜਤ ਪਰਿਵਾਰਾਂ ਲਈ ਇਨਸਾਫ ਅਤੇ ਮੁਲਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਦੇ ਨਾਲ-ਨਾਲ ਭਾਰਤ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਦੇ ਮੈਂਬਰਾਂ ਵੱਲੋਂ ਆਯੋਜਿਤ ਕੀਤੀ ਗਈ ਇਹ ਜਸਟਿਸ ਰਾਈਡ ਵੁੱਡਬਾਈਨ ਸੈਂਟਰ ਤੋਂ ਸ਼ੁਰੂ ਕੀਤੀ ਗਈ ਅਤੇ ਟੋਰਾਂਟੋ ਦੇ ਵਿੱਚ ਸਥਿਤ ਭਾਰਤੀ ਕੌਂਸਲੇਟ ਦੇ ਦਫ਼ਤਰ ਦੇ ਬਾਹਰ ਸਮਾਪਤ ਹੋਈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਨੋ ਫਾਰਮਰ ਨੋ ਫੂਡ, ਨੋ ਫਾਰਮਰ ਨੋ ਫੂਡ, ਨੋ ਫਾਰਮਰ ਨੋ ਫੂਡ। ਵੀ ਵਾਂਟ ਜਸਟਿਸ, ਵੀ ਵਾਂਟ ਜਸਟਿਸ। ਬਸ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਜਦੋਂ ਜੋ ਵੀ ਕਰਦੇ ਹੋ, ਬਾਕੀ ਵੀ ਆਰਗੇਨਾਈਜੇਸ਼ਨ ਜਿਹੜੀ ਇੱਕ ਆਪਣੀ ਇਹ ਵੀ ਪ੍ਰੋਬਲਮ ਹੈਗੀ ਆ। ਜੇ ਅੱਜ ਸਿੱਖ ਮੋਟਰਸਾਈਕਲ ਨੇ ਕੋਈ ਚੀਜ਼ ਅਨਾਉਂਸ ਕਰ ਦਿੱਤੀ, ਹਾਂ ਮੇਰੀ ਨਹੀਂ ਨਾ ਬਣ ਜਾਊ, ਪਰ ਅਸੀਂ ਤੁਹਾਨੂੰ ਇਹ ਦੱਸ ਦਿੰਦੇ ਆ, ਸਾਡੇ ਨਾਲ ਕੋਈ ਪੰਥ ਦਾ ਬੰਦਾ, ਚਾਹੇ ਉਹਨਾਂ ਸਾਡੀ ਬਣਦੀ ਹੋਵੇ ਚਾਹੇ ਨਾ ਬਣਦੀ ਹੋਵੇ, ਅਗਰ ਪੰਥ ਦਾ ਕੰਮ ਕਰਦਾ ਜਾਂ ਕੌਮ ਦਾ ਕੰਮ ਕਰਦਾ, ਅਸੀਂ ਉੱਥੇ ਜ਼ਰੂਰ ਪਹੁੰਚਦੇ ਆ ਤੇ ਸਾਰਿਆਂ ਨੂੰ ਪਹੁੰਚਣਾ ਚਾਹੀਦਾ। ਬਸ ਇਹ ਮੇਰੀ ਬੇਨਤੀ ਆ। ਬਹੁਤ ਬਹੁਤ ਧੰਨਵਾਦ ਜਿਹਨੇ ਵੀ ਪਹੁੰਚੇ ਹੈਗੇ ਇੱਥੇ ਇੱਕ ਵਾਰੀ ਸੱਦਾ ਦੇਣ ਤੇ। ਸੋ ਵੀਰੋ ਗੱਲ ਸੇਮ ਉਹੀ ਹੈਗੀ ਵੀ ਕਹਿੰਦੇ ਜਦੋਂ ਆਪਾਂ ਇੱਥੇ ਇਕੱਠੇ ਹੁੰਦੇ ਹੈਗੇ, ਕੱਲੇ ਬੰਦੇ ਦੀ ਗੱਲ ਕਹੀ ਹੋਈ, ਕੱਲੇ ਬੰਦੇ ਦੀ ਇੱਥੇ ਹਾਜ਼ਰੀ ਉਹ ਮੈਟਰ ਕਰਦੀ ਹੈਗੀ। ਕਹਿੰਦੇ ਨੇ ਵੀ ਇੱਕ ਉਂਗਲ ਕਰਕੇ ਮੁੱਠੀ ਬਣ ਜਾਂਦੀ ਹੈਗੀ, ਉਹ ਮੁੱਠੀ ਵਾਲਾ ਕੰਮ ਹੀ ਹੈਗਾ ਜਿਹੜਾ ਆਪਾਂ ਇੱਥੇ ਨਿਭਾ ਰਹੇ ਹੈਗੇ। ਸੋ ਬੇਨਤੀ ਇਹੀ ਆ ਦੁਬਾਰਾ ਤੋਂ ਕਿ ਅੱਗੇ ਵੀ ਇੱਦਾਂ ਦੀਆਂ ਕਾਲਾਂ ਹੋਣਗੀਆਂ ਸਾਰੇ ਵੀਰਾਂ ਨੂੰ ਕਿ ਆਪਾਂ ਇਕੱਠੇ ਹੋਈਏ, ਫਲਾਨੀ ਜਗ੍ਹਾ ਤੇ ਪਹੁੰਚ ਗਏ। ਸੋ ਸਾਰਿਆਂ ਨੇ ਵੱਧ ਚੜ ਕੇ ਆਪ ਵੀ ਆਉਣਾ ਤੇ ਆਪਦੇ ਪਰਿਵਾਰਾਂ ਨੂੰ, ਆਪਦੇ ਜਿਹੜੇ ਤੁਹਾਡੇ ਦੋਸਤ ਮਿੱਤਰ ਆ, ਸਭ ਨੂੰ ਨਾਲ ਲੈ ਕੇ ਪਹੁੰਚੋ। ਗੱਲ ਮੁੱਕਦੀ ਆ ਕੇ ਏਕੇ ਦੇ ਉੱਤੇ, ਯੂਨਿਟੀ ਦੇ ਉੱਤੇ। ਸੋ ਸਾਰੇ ਵੀਰ ਭਰਾ ਜਿੰਨਾ ਹੋ ਸਕਦਾ ਵੱਧ ਚੜ ਕੇ ਹਿੱਸਾ ਪਾਓ ਇਹ ਚੀਜ਼ ਦੇ ਵਿੱਚ। ਆਪਣੀ ਇੱਕ ਜਣੇ ਦੀ, ਕੱਲੇ ਜਣੇ ਦੀ ਹਾਜ਼ਰੀ ਹੈ ਜਿਹੜੀ ਉਹ ਕਬੂਲ ਹੋਈ ਹੈ ਜੀ। ਸੋ ਮੈਟਰ ਕਰਦੀ ਹੈਗੀ। ਸੋ ਇੰਡੀਆ ਦੇ ਵਿੱਚ ਵੀ ਜਿੰਨੇ ਤੁਸੀਂ ਵੱਧ ਤੋਂ ਵੱਧ ਹੋਕਾ ਲਾ ਸਕਦੇ ਹੋਗੇ, ਜਿੰਨੇ ਵੀਰ ਭਰਾ ਨੂੰ ਕਹਿ ਸਕਦੇ ਹੋਗੇ ਯੂਪੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮੈਟਰ ਕਰਦਾ ਜੀ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਆਗਿਆ ਲੈਂਦਾ ਜੀ। ਸੋ ਇੱਕ ਨਾਰਾ ਲਾਵਾਂਗੇ ਜੀ ਆਪਾਂ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਸਾਰੇ ਹੀ ਬੁਲਾਰਿਆਂ ਨੇ ਆਪਣੀ ਬੁਲੰਦ ਆਵਾਜ਼ ਦੇ ਵਿੱਚ ਅੱਜ ਸ਼ੇਅਰ ਕੀਤਾ ਹੈ ਕਿ ਕਿੱਦਾਂ ਇੰਡੀਆ ਦੇ ਵਿੱਚ ਪਹਿਲਾਂ ਤੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ, ਉਹੀ ਬਹੁਤ ਅਸੀਂ ਉਹਨਾਂ ਦੇ ਖਿਲਾਫ ਇੰਨਾ ਜੂਝ ਰਹੇ ਸੀ ਕਿ ਉੱਤੋਂ ਉਹਨਾਂ ਦੀ ਆਵਾਜ਼ ਖਤਮ ਕਰਨ ਦੇ ਲਈ ਕਿੱਦਾਂ ਤਸ਼ੱਦਦ ਕੀਤੇ ਗਏ ਤੇ ਉਹਦੀ ਹੱਦ ਹੀ ਮੁੱਕ ਗਈ ਜਦੋਂ ਲਖੀਮਪੁਰ ਦੇ ਵਿੱਚ ਇੱਕ ਦੌਲਤ ਦੇ ਨਸ਼ੇ ਦੇ ਵਿੱਚ ਅੰਨੇ ਹੋ ਕੇ, ਇੱਕ ਹਕੂਮਤ ਦੇ ਨਸ਼ੇ ਦੇ ਵਿੱਚ ਅੰਨੇ ਹੋ ਕੇ ਇੱਕ ਮਿਨਿਸਟਰ ਪਹਿਲਾਂ ਕਹਿੰਦੇ ਕਿ ਮੁੜ ਜੋ ਨਹੀਂ ਤੇ ਮੈਂ ਤੁਹਾਨੂੰ ਦੇਖ ਲਾਂਗਾ, ਮੇਰਾ ਰੈਕਟ ਦੇਖ ਲਓ, ਤੇ ਫਿਰ ਉਹਦਾ ਬੇਟਾ ਉਹਦੀਆਂ ਗੱਲਾਂ ਨੂੰ ਅੰਜਾਮ ਦਿੰਦਾ ਹੋਇਆ ਵਿਚਾਰੇ ਮਜ਼ਲੂਮ ਕਿਸਾਨਾਂ ਦੇ ਉੱਤੇ ਜਿਹੜੇ ਕਿ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ, ਜਿਹੜਾ ਕਿ ਹਰ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇੱਕ ਹਰ ਸਿਟੀਜ਼ਨ ਦਾ ਹੱਕ ਹੁੰਦਾ ਹੈ, ਕਰਦੇ ਹੋਏ ਉਹਨਾਂ ਦੇ ਉੱਤੇ ਉਹ ਪਿੱਛੋਂ ਆ ਕੇ ਗੱਡੀ ਚੜਾ ਦਿੰਦਾ ਹੈ। ਕਿੰਨੇ ਬੁਜ਼ਦਿਲੀ ਦਾ, ਕਿੰਨਾ ਘਿਨਾਉਣਾ ਐਕਟ ਹੈ, ਟੈਰਰਿਜ਼ਮ। ਮਤਲਬ ਇਹਨੂੰ ਜਿੰਨਾ ਵੀ ਨਿਖਿੱਧ ਕੀਤਾ ਜਾਏ ਥੋੜਾ ਹੈ। ਸੋ ਤੁਸੀਂ ਜਿੱਥੇ ਵੀ ਬੈਠੇ ਹੋ ਆਪਣੀ ਆਵਾਜ਼ ਬੁਲੰਦ ਕਰੋ, ਕਿਉਂਕਿ ਇਹ ਨਾ ਸੋਚੋ ਕਿ ਮੈਂ ਨਹੀਂ ਜਾਵਾਂਗਾ ਤੇ ਕੁਝ ਨਹੀਂ ਹੋਏਗਾ ਜੀ। ਨਹੀਂ, ਹਰ ਇੱਕ ਆਵਾਜ਼, ਐਵਰੀ ਵੌਇਸ ਮੈਟਰਸ। ਜੇ ਅੱਜ ਆਪਾਂ ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਹਾਂ ਤੇ ਮੋਦੀ ਦੇ ਦੇਖੋ ਜਿਵੇਂ USA ਦੀ ਰਾਈਡ ਉਹਦੀ
ਜਿਹੜੀ ਫੇਰੀ ਸੀਗੀ ਕਿੰਨੀ ਗਲਤ ਮਤਲਬ ਉਹਨਾਂ ਦੇ ਲਈ ਗਲਤ ਸਾਬਤ ਹੋਈ ਕਿਉਂਕਿ ਉੱਥੇ ਕਿਸੇ ਨੇ ਉਹਨੂੰ ਪੁੱਛਿਆ ਹੀ ਨਹੀਂ। ਉਹ ਸਾਰੀਆਂ ਜਿਹੜੀਆਂ ਰੈਲੀਜ਼ ਅਸੀਂ ਕਰਦੇ ਹਾਂ USA ਕੈਨੇਡਾ ਆਸਟ੍ਰੇਲੀਆ UK ਉਹਨਾਂ ਦਾ ਇਲਜ਼ਾਮ ਸੀ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਅਸਲ ਵਿੱਚ ਸੱਚ ਆ ਗਿਆ। ਅੱਜ ਵੀ ਅਸੀਂ ਆ ਰਹੇ ਸੀ ਲੋਕਾਂ ਨੇ ਸਾਨੂੰ ਖੜਖੜ ਕੇ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋ। ਜ਼ਰੂਰ ਇਹਦੇ ਬਾਰੇ ਗੱਲ ਕਰਿਆ ਕਰੋ, ਆਪਣੀ ਪੋਸਟ ਸ਼ੇਅਰ ਕਰਿਆ ਕਰੋ ਕਿਉਂਕਿ ਜੇ ਆਪਾਂ ਨਹੀਂ ਬੋਲਾਂਗੇ ਤਾਂ ਕਿੱਥੋਂ ਇਨਸਾਫ ਮਿਲੇਗਾ। ਸੋ ਇਨਸਾਫ ਲਈ ਜਿਵੇਂ ਆਪਣੀ ਸਿੱਖੀ ਦੇ ਵਿੱਚ ਹੈਗਾ ਆਪਾਂ ਨੇ ਗੁਰੂਆਂ ਵੱਲੋਂ ਆਪਾਂ ਨੂੰ ਇਹ ਦਾਨ ਹੈਗਾ ਕਿ ਅਸੀਂ ਜਿੱਥੇ ਵੀ ਹੋਏਗਾ ਇਨਜਸਟਿਸ ਉੱਥੇ ਖੜਾਂਗੇ। ਸੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਕਿ ਤੁਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹਦੇ ਖਿਲਾਫ ਆ ਕੇ ਖੜੇ ਹੋਏ ਹੋ। ਹਮੇਸ਼ਾ ਹੀ ਇਦਾਂ ਆਵਾਜ਼ ਬੁਲੰਦ ਕਰਿਆ ਕਰੋ। ਸਿੱਖ ਮੋਟਰਸਾਈਕਲ ਕਲੱਬ ਆਫ ontario ਤੇ ਅਕ੍ਰੋਸ ਕੈਨੇਡਾ ਅੱਜ ਇਹ ਰਾਈਡ ਕੀਤੀ ਗਈ ਹੈ। ਹਰ ਕੈਨੇਡਾ ਦੇ ਸਟੇਟ ਦੇ ਵਿੱਚ ਇਹ ਰਾਈਡ ਕੀਤੀ ਗਈ USA ਵਿੱਚ ਕੀਤੀ ਗਈ ਹੈ। ਸੋ ਇਹ ਤਾਂ ਹੁਣ ਸ਼ੁਰੂ ਹੋਇਆ ਇੱਕ ਕਾਫਲਾ। ਸੋ ਇਹਨੂੰ ਹਮੇਸ਼ਾ ਅੰਜਾਮ ਦਿਆ ਕਰੋ, ਹਰ ਕਿਤੇ ਪਹੁੰਚਿਆ ਕਰੋ। ਸੋ ਇਹ ਨਹੀਂ ਕਿ ਕਿਸੇ ਹੋਰ ਨੇ ਆਵਾਜ਼ ਦਿੱਤੀ, ਜਿੱਥੇ ਵੀ ਤੁਹਾਡਾ ਟਾਈਮ ਹੁੰਦਾ ਹੈ ਟਾਈਮ ਕੱਢ ਕੇ ਜਾਇਆ ਕਰੋ। ਸੋ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਇੱਕ ਵਾਰੀ ਫਿਰ ਅਸੀਂ ਜ਼ਰੂਰ ਨਾਰੇ ਲਗਾਵਾਂਗੇ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਨੋ ਫਾਰਮਰਸ, no farmers, we want justice, we want justice। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Will deliver our message to the government of India for immediate cancellation of anti-farm bills. Yours sincerely, Lakwinder Singh Dhaliwal, Chairman, Sikh Motorcycle Club of Ontario, Canada. So, this is our official memorandum CG. It is very sad that an Indian minister's vehicle intentionally ran over the peacefully protesting farmers, which killed total 5 innocent lives, including one journalist. Farmers from all over India are peacefully protesting for over 1 year in capital of India, New Delhi, and other parts of the country against anti-farmer bills being forcefully imposed over the farmers. Farmers are the food bowls of the countries. We Sikh Motorcycle Club from all over Canada and US demand quick justice for Lakhimpur victim farmers and strongly demand the immediate cancellation of the anti-farm bills. This should not be like the justice for the 1984 Sikh genocide. We wish by doing this India may be able to save the democracy of the country. We hope Consulate General of India, Toronto will deliver our message to the Government of India for immediate cancellation of anti-farm bills. Yours sincerely, Lakwinder Singh Dhaliwal, Chairman, Sikh Motorcycle Club of Ontario, Canada. ਪੀੜਤ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕਰਦਿਆਂ ਬੀਤੇ ਦਿਨੀ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਵੀ ਭਾਰਤੀ ਵੀਜ਼ਾ ਅਤੇ ਪਾਸਪੋਰਟ ਅਰਜ਼ੀ ਕੇਂਦਰ ਦੇ ਬਾਹਰ ਅਜਿਹੀ ਰੈਲੀ ਆਯੋਜਿਤ ਕੀਤੀ ਗਈ ਸੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਇਸ ਦੁਖਾਂਤ ਦੇ ਰੋਸ ਵਿੱਚ ਜਿਹੜਾ ਲਖੀਮਪੁਰ ਯੂਪੀ ਦੇ ਵਿੱਚ ਵਾਪਰਿਆ, ਜਿਹੜੇ ਬੇਕਸੂਰ ਲੋਕਾਂ ਨੂੰ ਇੱਕ ਜੀਪ ਦੇ ਥੱਲੇ ਦਰੜ ਕੇ ਮਾਰ ਮੁਕਾਇਆ, ਉਹਨਾਂ ਦਾ ਕੋਈ ਕਸੂਰ ਨਹੀਂ, ਜੋ ਸ਼ਾਂਤਮਈ ਆਪਣੇ ਹੱਕ ਦਾ ਗੁਜ਼ਾਰਾ ਕਰ ਰਹੇ ਸੀਗੇ, ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਆਪਾਂ ਇਹ ਤਹਈਆ ਕੀਤਾ ਸੀ। ਸਿੱਖ ਮੋਟਰਸਾਈਕਲ ਕਲੱਬ ਨੇ ਕੈਨੇਡਾ ਵਾਈਡ ਤੇ US ਵਾਈਡ ਸਾਰੇ ਜਿੰਨੇ ਕਲੱਬ ਨੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਜਾਂ ਸਟੇਟਸ ਦੇ ਵਿੱਚ, ਉਹ 11 ਵਜੇ ਠੀਕ ਆਪੋ ਆਪਣੇ ਸਮੇਂ ਆਪੋ ਆਪਣੇ ਸਥਾਨਾਂ ਤੋਂ ਚੱਲ ਕੇ ਇੰਡੀਅਨ ਕੌਂਸੂਲੇਟ ਪਹੁੰਚਣਗੇ। ਜੇ ਸਾਰੇ ਲੋਕਾਂ ਨੇ ਰਲ ਕੇ ਇੰਨੀ ਆਵਾਜ਼ ਉਠਾਈ ਤਾਂ ਹੀ ਹੁਣ ਸੁਣਿਆ ਕਿ ਉਹਨਾਂ ਦੀ ਅਰੈਸਟ ਹੋ ਗਈ ਹੈਗੀ ਹੈ, ਪਰ ਫਿਰ ਵੀ ਹਾਲੇ ਦਿੱਲੀ ਬਹੁਤ ਦੂਰ ਹੈ। ਇਹ ਅਰੈਸਟ ਬੇਲ ਲੈ ਕੇ ਬਾਹਰ ਆ ਜਾਂਦੇ, ਉਹਨਾਂ ਦੇ ਫਾਦਰ ਆਲਰੇਡੀ ਮਰਡਰ ਕੇਸ ਦੇ ਵਿੱਚ ਬੇਲ ਤੇ ਨੇ। ਸੋ ਐਵੇਂ ਦੇ ਗੰਦੇ ਖਾਨਦਾਨ ਦੇ ਗੰਦੇ ਬੱਚੇ ਨੇ ਵੱਡੀ ਗਲਤ ਕੀਤੀ ਹੈ। ਤਾਂ ਅਸੀਂ ਆਵਾਜ਼ ਉਠਾਉਂਦੇ ਹਾਂ ਇਹਦੇ ਖਿਲਾਫ। ਅਸੀਂ ਕਹਿੰਦੇ ਹਾਂ ਕਿ ਇਨਸਾਫ ਦੀ ਮੰਗ ਕਰਦੇ ਹਾਂ। ਜਿਨ੍ਹਾਂ ਬੱਚਿਆਂ ਦੀਆਂ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਚਲੇ ਗਏ ਨੇ, ਭੈਣਾਂ ਦੇ ਭਰਾ ਚਲੇ ਗਏ ਨੇ, ਜਿਨ੍ਹਾਂ ਦੇ ਸਿਰ ਦੇ ਸਾਈ ਚਲੇ ਗਏ ਨੇ, ਉਹਨਾਂ ਦੇ ਘਰਾਂ ਦੇ ਵਿੱਚ ਕਿੰਨਾ ਹਨੇਰਾ ਹੈ। ਜੇ ਅਸੀਂ ਸਾਰੇ ਰਲ ਕੇ ਉਹਨਾਂ ਦੇ ਖਿਲਾਫ ਆਵਾਜ਼ ਉਠਾਵਾਂਗੇ ਤੇ ਜ਼ਰੂਰ ਇਹਦਾ ਫਰਕ ਪਏਗਾ। ਕਿਉਂਕਿ ਜੇ ਦੇਖੋ ਕਿਵੇਂ ਸਾਰੇ ਉਹਨਾਂ ਦੇ ਪੁੱਛਦੇ ਆ ਜੀ ਕਿਸ ਤਰ੍ਹਾਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਡੈਥ ਆਫ ਡੈਮੋਕ੍ਰੇਸੀ ਇਜ਼ ਆਲਰੇਡੀ ਡਨ ਇਨ ਇੰਡੀਆ। ਪ੍ਰਿਯੰਕਾ ਚੋਪੜਾ ਜਿਹੜੀ ਕਿ ਐਕਸ ਪ੍ਰਾਈਮ ਮਿਨਿਸਟਰ ਦੀ ਪੜਪੋਤਰੀ ਡਾਟਰ
ਭੈਣ ਤੇ ਉਹਨੂੰ ਚੁੱਕ ਕੇ ਉਹਨਾਂ ਨੇ ਅੰਦਰ ਡਾਲ ਦਿੱਤਾ ਤੇ ਆਮ ਬੰਦੇ ਦਾ ਤੇ ਕੀ ਹਸ਼ਰ ਕਰਦੇ ਹੋਣਗੇ। ਸੋ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ। ਸੋ ਆਓ ਸਾਰੇ ਰਲ ਕੇ ਆਵਾਜ਼ ਉਠਾਈਏ ਕਿ ਜਿੱਥੇ ਵੀ ਅਸੀਂ ਬੈਠੇ ਹਾਂ ਈਚ ਵੌਇਸ ਮੈਟਰਸ। ਇਹ ਨਾ ਸੋਚੋ ਕਿ ਇਹ ਕਰ ਰਹੇ ਨੇ ਅਸੀਂ ਤੇ ਬੈਠੇ ਰਵਾਂਗੇ ਘਰ, ਨਹੀਂ, ਜਿੰਨਾ ਇਕੱਠ ਵੱਡਾ ਹੋਊਗਾ ਉਨੀ ਹੀ ਆਵਾਜ਼ ਜ਼ਿਆਦਾ ਬੁਲੰਦ ਹੋਊਗੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੇੜੀ ਦੇ ਵਿੱਚ 3 ਅਕਤੂਬਰ ਨੂੰ 4 ਕਿਸਾਨਾਂ ਸਣੇ 9 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦ ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੀ ਗੱਡੀ ਦੇ ਵਿੱਚ ਬੈਠੇ ਲੋਕਾਂ ਨੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਅਚਾਨਕ ਗੱਡੀ ਚੜਾ ਦਿੱਤੀ। ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕਿਸਾਨ ਆਗੂਆਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਦੋਸ਼ੀ ਕੇਂਦਰੀ ਮੰਤਰੀ ਉੱਤੇ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਉਸ ਨੂੰ ਕੇਂਦਰੀ ਕੈਬਨਿਟ ਵਿੱਚੋਂ ਕੱਢਣ ਦੀ ਮੰਗ ਵੀ ਕੀਤੀ। ਜਸਟੀਨ ਕੌਰ, PTC ਨਿਊਜ਼, ਟੋਰਾਂਟੋ, ਕੈਨੇਡਾ। ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।